ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਬਿਲ ਸੀਵੀ ਯੂਕੇ ਪੰਜਾਬੀ। ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਨਾਲ। ਬਠਿੰਡਾ ਦੇ ਸਾਬਕਾ ਕੌਂਸਲਰ ਵਿਜੇ ਕੁਮਾਰ ਐਮਸੀ ਅੱਜ ਫਿਰ ਸੁਰਖੀਆਂ ਵਿੱਚ ਰਹੇ ਜਦੋਂ ਉਹ ਸਿਹਰੇ ਬਣ ਕੇ ਪੁਲਿਸ ਥਾਣੇ ਪਹੁੰਚੇ। ਮਾਨ ਸਰਕਾਰ ਨੇ ਐਲਾਨ ਕੀਤਾ ਸੀ ਕਿ ਹਰ ਮਹਿਲਾ ਦੇ ਖਾਤੇ ਵਿੱਚ 1000 ਰੁਪਏ ਪ੍ਰਤੀ ਮਹੀਨਾ ਆਉਣਗੇ। ਵਿਜੇ ਕੁਮਾਰ ਨੇ ਆਪਣੀ ਹੋਣ ਵਾਲੀ ਪਤਨੀ ਨਾਲ ਵਿਆਹ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਉਸ ਨੂੰ 48000 ਰੁਪਏ ਮਿਲਣਗੇ, ਪਰ ਜਦੋਂ ਉਹ ਬਰਾਤ ਲੈ ਕੇ ਪਹੁੰਚੇ ਤਾਂ ਉਸ ਦੀ ਪਤਨੀ ਨੇ ਬਰਾਤ ਵਾਪਸ ਮੋੜ ਦਿੱਤੀ ਕਿਉਂਕਿ ਵਾਅਦਾ ਪੂਰਾ ਨਹੀਂ ਹੋਇਆ। ਗੁੱਸੇ ਵਿੱਚ ਵਿਜੇ ਕੁਮਾਰ ਦੁੱਲੇ ਵਾਲੇ ਕੱਪੜੇ ਪਾ ਕੇ ਥਾਣੇ ਪਹੁੰਚੇ ਅਤੇ ਸਰਕਾਰ ਦੇ ਝੂਠੇ ਵਾਅਦੇ ਤੇ ਕਾਰਵਾਈ ਦੀ ਮੰਗ ਕੀਤੀ। ਰਿਸ਼ਤਾ ਦਾ ਤੋੜਿਆ ਤਾਂ ਇਹਦੇ ਕਰਕੇ ਕਹਿੰਦਾ ਜੀ, ਇਹਨੇ ਵਾਅਦਾ ਤਾਂ ਮੇਰੇ ਨਾਲ ਇਹਨਾਂ ਨੇ ਕੀਤਾ ਸੀ, ਪਰਚਾ ਤਾਂ ਇਹਨਾਂ ਦੇ ਬਣਦਾ ਨਾ ਜੀ। ਕੇਜਰੀਵਾਲ ਦੇ ਭਗਵੰਤ ਮਾਨ ਲਿਖੋ, ਤੁਸੀਂ ਰਾਣੀ ਨਹੀਂ, ਕੇਜਰੀਵਾਲ ਦੇ ਭਗਵੰਤ ਮਾਨ ਦੇ ਖਿਲਾਫ ਲਿਖੋ ਜਿਹਨੇ ਸਾਡੇ ਨਾਲ ਵਾਅਦਾ ਕੀਤਾ, ਫਰਾਡ ਕੀਤਾ ਪੰਜਾਬ ਸਰਕਾਰ ਨੇ ਸਾਡੇ ਨਾਲ। ਉਨ੍ਹਾਂ ਨੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਕਿ ਚੋਣਾਂ ਵੇਲੇ ਕੀਤਾ ਗਿਆ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ। ਥਾਣੇ ਪਹੁੰਚਿਆ ਜੀ, ਜਦੋਂ ਸਰਕਾਰ ਬਣਨ ਲੱਗੀ ਸੀ ਉਸ ਵੇਲੇ ਭਗਵੰਤ ਮਾਨ ਤੇ ਕੇਜਰੀਵਾਲ ਜੀ ਨੇ ਕਿਹਾ ਜੀ ਹਰ ਇੱਕ ਲੇਡੀ ਦੇ ਖਾਤੇ 'ਚ 1000 ਰੁਪਇਆ ਪਾਉਂਗਾ, ਤੇ ਅੱਜ 48000 ਰੁਪਇਆ ਬਣ ਗਿਆ। ਮੇਰਾ ਰਿਸ਼ਤਾ ਹੋਇਆ ਸੀਗਾ, ਮੈਂ ਚੋੜਪਨੇ ਜਾ ਕੇ ਫਾਰਮ ਭਰ ਬੈਠਾ। ਜਦੋਂ ਫਾਰਮ ਭਰਿਆ ਤਾਂ ਅੱਜ ਜਦੋਂ ਉਸ ਤੋਂ ਬਾਅਦ ਮੇਰਾ ਉੱਥੇ ਰਿਸ਼ਤਾ ਹੋ ਗਿਆ। ਰਿਸ਼ਤੇ ਤੋਂ ਬਾਅਦ ਜਦੋਂ ਮੈਂ ਅੱਜ ਉਹਨਾਂ ਦੇ ਕੋਲ ਬਰਾਤ ਲੈ ਕੇ ਗਿਆ, ਉਹ ਤਾਂ ਡਾਂਗਾ ਲੈ ਕੇ ਮੇਰੇ ਮਗਰ ਪੈ ਗਈ। ਫਾਰਮ ਕਿਹਦਾ ਭਰਿਆ ਸੀ ਤੁਸੀਂ? ਫਾਰਮ ਮੈਡਮ ਦਾ ਭਰਿਆ, ਸ਼ਮਾ ਰਾਣੀ ਦਾ। ਅੱਛਾ। ਉਹ ਕਹਿੰਦੇ ਪੈਸੇ ਦਿਓ ਪਹਿਲਾਂ ਸਾਡੇ, ਤੂੰ ਤਾਂ ਝੂਠਾ ਬੰਦਾ, ਤੂੰ ਰਿਸ਼ਤਾ ਕਿਹਨੂੰ ਮਾਏਗਾ। ਅੱਛਾ। ਮੇਰਾ ਤਾਂ ਰਿਸ਼ਤਾ ਟੁੱਟ ਗਿਆ ਜੀ। ਦੇਖੋ ਪੰਜਾਬ ਮੇਰਾ ਕਿਉਂ, ਮੇਰਾ ਮਤਲਬ ਕਰੋੜ 1.5 ਕਰੋੜ ਲੇਡੀਜ਼ ਬੈਠੀ ਹੈ, ਸਾਰਿਆਂ ਨੂੰ ਦਿਓ। ਅੱਛਾ। ਮੈਂ ਕਦੋਂ ਕਹਿੰਦਾ ਵੀ ਮੈਨੂੰ ਦਿਓ? ਕਿਹਦੇ ਖਿਲਾਫ ਦਰਖਾਸਤ ਦਿੱਤੀ? ਮੈਂ ਕੇਜਰੀਵਾਲ ਤੇ ਭਗਵੰਤ ਮਾਨ ਦੇ ਖਿਲਾਫ ਦਿੱਤੀ ਹੈ। ਪੰਜਾਬ ਸਰਕਾਰ ਦੇ ਖਿਲਾਫ ਝੂਠਾ ਕਿਉਂ ਕਿਹਾ ਸਾਨੂੰ? ਅੱਛਾ। ਜੇ ਤੁਸੀਂ ਕਿਹਾ ਸੀ ਵਾਅਦਾ ਪੂਰਾ ਕੀਤਾ, ਕੱਲ ਲੇਡੀ ਡੇ ਹੈਗਾ ਤੇ ਸਭ ਦੇ ਖਾਤੇ 'ਚ 48 ਤੇ 40000 ਰੁਪਏ ਪਾ ਦਿਓ। ਅੱਛਾ। ਨਹੀਂ, ਤੁਹਾਡੀ ਹੁਣ ਸਾਰੇ ਪੰਜਾਬ ਦੀ ਮੰਗ ਹੈ ਕਿ ਆਪਦੇ ਲਈ? ਮੇਰੀ ਤਾਂ ਹੈਗੀ ਆ, ਮੈਂ ਪੰਜਾਬ ਦੀ ਵੀ ਕਰੂੰਗਾ। ਜੇ ਮੇਰੀ, ਉਹ ਵੀ ਮੇਰੀਆਂ ਧੀਆਂ ਭੈਣਾਂ ਹੀ ਐ। ਅੱਛਾ। ਇਹ ਤਾਂ ਮੇਰੀ ਘਰ ਵਾਲੀ ਬੰਨੀ ਸੀ। ਫਿਰ ਬੈਂਡ ਬਾਜਾ ਲੈ ਕੇ ਪਹੁੰਚੇ ਤੁਸੀਂ? ਇਹਦਾ ਕਮਾਲ ਹੋ ਗਈ, ਮੈਨੂੰ ਕੁੱਟ ਕੇ ਬਾਹਰ ਕੱਢਤਾ। ਬਰਾਤ ਇੱਧਰ ਨੂੰ ਮੁੜ ਲਈ, ਮੈਂ ਲੈ ਕੇ ਨਹੀਂ ਆਣਾ ਥਾਣੇ। ਮੈਂ ਆਪਦੀ ਬੇਨਤੀ ਲੈ ਕੇ ਆਇਆ, ਫਰਿਆਦ ਲੈ ਕੇ ਆਇਆ ਇਹਨਾਂ ਕੋਲੇ। ਫਰਿਆਦ ਸੁਣੀ ਗਈ? ਹਾਂ ਬਿਲਕੁਲ ਸੁਣੀ ਗਈ। ਕਿਹੜੇ ਥਾਣੇ ਆਏ ਹੋ ਜੀ? ਕਨਾਲ ਥਾਣੇ ਦੇ ਅੰਦਰ। ਕੀ ਕਹਿੰਦੇ ਨੇ, ਕੀ ਨੇ ਹੁਣ? ਕਹਿੰਦੇ ਆ ਵੀ ਕੋਈ ਕਰਾਂਗੇ ਕਾਰਵਾਈ, ਤੁਹਾਡਾ ਕੋਈ ਨਾ ਕੋਈ ਹੱਲ ਕਰਾਂਗੇ, ਰੋਣਾ। ਕਾਰਗੁਜ਼ਾਰੀ ਕਿਵੇਂ ਦੇਖਦੇ ਸਰਕਾਰ ਦੀ? ਸਰਕਾਰ ਦੀ ਕਾਰਗੁਜ਼ਾਰੀ ਤਾਂ ਨਜ਼ਰ ਆਈ ਜੀ, ਦੁੱਲੇ ਥਾਣਿਆਂ 'ਚ ਫਿਰਨ ਲੱਗੇ। ਹਾਲਾਤ ਕੀ ਨੇ ਹੁਣ? ਅਗਲਾ ਸਟੈਪ ਕੀ ਹੈ ਤੁਹਾਡਾ? ਅਗਲਾ ਸਟੈਪ ਦੇਖੋ, ਮੇਰਾ ਮਸਲਾ ਹੱਲ ਹੋਊਗਾ ਤਾਂ ਠੀਕ ਹੈ, ਨਹੀਂ ਤਾਂ ਮੈਂ ਬਹੁਤ ਭਿਆਨਕ ਸਟੈਪ ਚੱਕੂਗਾ। ਕਿੰਨਾ ਦੁੱਖ ਕਿੰਨਾ ਹੋਇਆ ਜਦੋਂ? ਦੁੱਖ ਮੇਰਾ ਰਿਸ਼ਤਾ ਟੁੱਟ ਗਿਆ। ਜੇ ਤੁਸੀਂ ਦੁੱਖ ਦੀ ਗੱਲ ਕਰੀ, ਮੈਂ ਬਰਬਾਦ ਹੋ ਗਿਆ। ਉਮਰ ਦੇ ਉਸ ਪੜਾਅ ਦੇ ਖੜੇ ਹੋ, ਦੁਬਾਰਾ ਜੁੜੋ। ਫੇਰ ਉਮਰ ਦੇ ਬਣਾ ਦੇ, ਮੈਂ ਜਮਾਨ ਆ ਜੀ, ਅਜੇ ਮੈਂ ਨਹੀਂ ਗਣੀ ਉਮਰ 50 ਸਾਲ ਵੀ ਨਹੀਂ। ਠੀਕ ਹੈ ਜੀ। ਰੋਣੇ ਕਿਉਂ ਆ ਜੀ? ਕਿੰਨਾ ਕੁ ਦੁੱਖ? ਉਹ ਰਿਸ਼ਤਾ ਟੁੱਟ ਗਿਆ ਜੀ, ਅੱਜ ਕੱਲ੍ਹ ਰਿਸ਼ਤੇ ਧਰੇ ਪਏ ਆ। ਮਸਾਂ ਰਿਸ਼ਤਾ ਹੋਇਆ ਸੀ। ਬਰਾਤੀ ਕਿੱਧਰ ਗਏ? ਭੱਜ ਗਏ। ਅੱਛਾ। ਭੱਜ ਗਏ। ਉਹ ਕਾਰਨ ਪੈ ਗਏ ਡਾਂਗਾ ਲੱਗੇ। ਅੱਛਾ। ਉਹ ਸਮਝ ਨਹੀਂ ਡਾਂਗਾ ਲੱਗੇ ਪੈ ਗਈ। ਜਿਹੜਾ ਦੋਸ਼ੀ ਹੈਗਾ ਉਹ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਦੱਸ ਦਿਓ। ਜਦੋਂ ਉਹਨੇ ਵਾਅਦਾ ਹੀ ਉਹਨੇ ਕੀਤਾ ਸੀ, ਉਹ ਮੈਂ ਥੋੜਾ ਕਰਕੇ ਆ ਕੇ, ਉਹਨਾਂ ਨੇ ਕੀਤਾ ਸੀ ਵਾਅਦਾ। ਯਾਰ ਮੇਰਾ ਵਾਅਦਾ ਪੂਰਾ ਕਰਾਓ, ਪੱਤਰਕਾਰਾਂ ਨੂੰ ਬੇਨਤੀ ਹੈ। ਪਰਿਵਾਰ ਨੂੰ ਤੁਸੀਂ ਕਿਹਾ ਨਹੀਂ ਵੀ ਐ ਤਾਂ ਬਹੁਤ ਬੇਇੱਜ਼ਤੀ ਹੁੰਦੀ ਆ ਮੇਰੀ? ਕੋਈ ਗੱਲ ਨਹੀਂ, ਆਪਾਂ ਬਾਅਦ ਚ ਕਰ ਲਾਂਗੇ ਐਡਜਸਟਮੈਂਟ। ਉਹ ਕਹਿੰਦੇ ਤੂੰ ਦਫਾ ਹੋ, ਤੇਰੀ ਗੱਲ ਦੀ ਕੋਈ ਨਾਮ ਹੀ ਹੈ ਨਹੀਂ, ਝੂਠਾ ਬੰਦਾ ਤੂੰ, ਇੱਕ ਨੰਬਰ ਦਾ। ਕਹਿੰਦਾ ਜੇ ਕੇਜਰੀਵਾਲ ਭਗਵੰਤ ਮਾਨ ਝੂਠਾ ਹੋਏ ਜਾਂ ਤੂੰ ਅਗਲੇ ਕਹਿੰਦਾ ਤਾਂ ਦਬਾਓ, ਜਾਂ ਡਾਂਗਾ ਮਾਰ ਮੇਰੇ ਤੇ ਚੂਲੇ ਪਾ। ਆ ਬੈਂਡ ਬੰਜ ਜਿਹੜਾ ਇਹਨਾਂ ਖਰਚਾ ਸੀਗਾ ਫਿਰ ਉਹ ਵੀ ਪੱਲੇ ਪੈ ਗਿਆ। ਫੇਰ ਉਹੀ ਗੱਲ, ਮੇਰੇ ਬਰਾਤੀ ਭੱਜ ਗਏ ਭਾਈ ਸਾਹਿਬ। ਮੈਂ ਬੱਸ ਕਰਕੇ ਆਇਆ ਸੀ, ਬੱਸ ਹੀ ਲੈ ਕੇ ਭੱਜ ਗਏ। ਮੈਂ ਪਿੱਛੇ ਵਾਜਾ ਮਾਰਦਾ ਰਹਿ ਗਿਆ, ਇਕੱਲਾ ਹੀ ਰਹਿ ਗਿਆ। ਠੀਕ ਹੈ। ਮਾਰਤਾ ਮੈਨੂੰ। ਇਹ ਵਿਅੰਗਮਈ ਅੰਦਾਜ਼ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਤੇ ਸਵਾਲ ਉੱਠ ਰਹੇ ਹਨ ਕਿ ਮਹਿਲਾਵਾਂ ਨਾਲ ਕੀਤਾ 1000 ਰੁਪਏ ਪ੍ਰਤੀ ਮਹੀਨਾ ਵਾਲਾ ਵਾਅਦਾ ਕਦੋਂ ਪੂਰਾ ਹੋਵੇਗਾ। ਨੈਂਸੀ ਗਰੇਵਾਲ ਦੇ ਕਤਲ ਨੇ ਪੰਜਾਬ ਹੀ ਨਹੀਂ ਸਾਰੇ ਦੇਸ਼ ਵਿੱਚ ਚਰਚਾ ਜਨਮ ਦਿੱਤਾ ਹੈ। ਜਾਂਚ ਵਿੱਚ ਇਹ ਸਾਫ਼ ਹੋਇਆ ਹੈ ਕਿ ਇਸ ਘਟਨਾ ਵਿੱਚ ਖਾਲਿਸਤਾਨੀ ਗੈਂਗਾਂ ਦੀ ਸ਼ਮੂਲੀਅਤ ਹੈ, ਪਰ ਇਸ ਸੱਚਾਈ ਤੋਂ ਧਿਆਨ ਹਟਾਉਣ ਲਈ ਕੁਝ ਤੱਤਾਂ ਵੱਲੋਂ ਸੋਸ਼ਲ ਮੀਡੀਆ ਤੇ ਮੁਹਿੰਮ ਚਲਾਈ ਜਾ ਰਹੀ ਹੈ। ਇਹ ਮੁਹਿੰਮ ਨੈਂਸੀ ਨੂੰ ਬਦਨਾਮ ਕਰਨ ਅਤੇ ਲੋਕਾਂ ਦੇ ਮਨ ਵਿੱਚ ਗਲਤ ਧਾਰਨਾ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ। ਖਾਲਿਸਤਾਨੀ ਗੈਂਗ ਅਤੇ ਅਖੌਤੀ ਸੰਗਠਨ ਆਪਣੀ ਸ਼ਮੂਲੀਅਤ ਨੂੰ ਛੁਪਾਉਣ ਲਈ ਰਾਜਨੀਤਿਕ ਪ੍ਰਭਾਵ ਅਤੇ ਵਿੱਤੀ ਤਾਕਤ ਦੀ ਵਰਤੋਂ ਕਰ ਰਹੇ ਹਨ। ਪੁਲਿਸ ਜਾਂਚ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਸੱਚ ਸਾਹਮਣੇ ਨਾ ਆ ਸਕੇ। नैन्सी ग्रेवाल की हत्या कनाडा के अंदर बहुत बड़ा मुद्दा बन गया है। खालिस्तानियों के विरुद्ध उठने वाली ये आवाज एक महिला की आवाज, जिसको खालिस्तानियों ने उनकी हत्या करके दबा दिया, परंतु अब खालिस्तानी बहुत डरे हुए हैं। क्यों?
क्यों वो चाहते हैं कि खालिस्तानियों का नाम, खालिस्तान का नाम इस पूरे हत्याकांड में ना आए, और इसके लिए वो पैसे की और पॉलिटिकल पावर का यूज कर रहे हैं पुलिस इन्वेस्टिगेशन को इंपैक्ट करने के लिए। इन्वेस्टिगेशन को डाइवर्ट करने की कोशिश लगातार खालिस्तानियों द्वारा की जा रही है। इसी पे आज मैं बात करूंगा। हम सब लोग जानते हैं किस प्रकार से नैन्सी ग्रेवाल जो थी वो लगातार कनाडा में खालिस्तानियों द्वारा चलाई जा रही इलीगल गतिविधियों का विरोध कर रही थी और उसके खिलाफ आवाज उठा रही थी, उनको उजागर कर रही थी। किस प्रकार से गुरुद्वारों के पैसों का, गुरुद्वारों का दुरुपयोग किया जा रहा था, किस प्रकार से लंबी तलवारें और नीले कपड़े पहन के चलने वाले लोग वहां ड्रग्स लेते हैं और ड्रग पेडलिंग कर रहे हैं। ऐसे लोकल गैंग्स बन गए हैं जो खालिस्तानियों के द्वारा बनाए गए हैं और वो ड्रग पेडलिंग का काम खुलेआम कर रहे हैं, एक्सटॉर्शन कर रहे हैं, मनी लॉन्ड्रिंग कर रहे हैं, लोगों को डरा रहे हैं, धमका रहे हैं, एक्सटॉर्शन कर रहे हैं। इन सब चीजों के खिलाफ लगातार नैन्सी ग्रेवाल जो थी वो आवाज उठा रही थी और आगाह कर रही थी कनाडा के नेटिव्स को, कनाडा में जो वहां के लोकल हैं उनको, कि इन लोगों को पनपने मत दीजिए। अब जो वहां के नेटिव हैं उनकी आंख खुली है नैन्सी ग्रेवाल की हत्या के बाद, और इसीलिए जो खालिस्तानी हैं वो घबराए हुए हैं। क्योंकि यदि जो लोकल हैं वो इस पूरे मामले में अपनी आवाज उठाते हैं या सामने आके खड़े होते हैं तो कहीं ना कहीं पॉलिटिकल प्रेशर होगा खालिस्तानियों की लीगल गतिविधियों को बंद करने का, और इस बात की चिंता खालिस्तानियों को है। इसी को लेकर खालिस्तानी जो हैं वो अपना पॉलिटिकल इन्फ्लुएंस, अपना पैसों का इन्फ्लुएंस लगातार लगा रहे हैं कि इस मामले से उनका नाम अलग कर दिया जाए। मामले की इन्वेस्टिगेशन को डाइवर्ट करने की कोशिश की जा रही है, ये दिखाने की कोशिश की जा रही है कि इस मामले में जो हत्या हुई वो आपसी रंजिश का मामला था, जबकि ऐसा नहीं है। इस मामले की पूरी प्लानिंग और एग्जीक्यूशन खालिस्तानियों द्वारा किया गया, और अब सिख फॉर जस्टिस, बब्बर खालसा जैसे ऑर्गेनाइजेशंस और ऐसे लोकल गैंग्स जो खालिस्तानियों के हैं और खालिस्तान को सपोर्ट करते हैं या खालिस्तानियों को सपोर्ट करते हैं, वो इस पूरे मामले में सामने आ रहे हैं और इनको सपोर्ट करके इस मामले से खालिस्तान का नाम अलग करने की पूर्णतः कोशिश कर रहे हैं। सोशल मीडिया पे कैंपेन चलाए जा रहे हैं नैन्सी ग्रेवाल को डिफेम करने के लिए, यह बताने के लिए कि खालिस्तानियों का इस पूरे मामले में कोई हाथ नहीं है। कारण एक है, क्योंकि अब खालिस्तान के लोकल जो मांग करने वाले थे उनके विरोध में कैनेडियन नेटिव्स जो हैं वो खड़े हो गए। मैं चाहूंगा कि ये आवाज जो आज नैन्सी ग्रेवाल की हत्या के बाद उठी है, जो आवाज भारत के विरोध करने वालों के खिलाफ आज उठी है, खालिस्तान की मांग करने वाले लोग जो हिंसा की बात करते हैं, हिंसक गतिविधियां करते हैं, कनाडा की धरती पर ड्रग पेडलिंग कर रहे हैं, पैसे का एक्सटॉर्शन कर रहे हैं, लोगों को डरा रहे हैं, धमका रहे हैं, उन लोगों के खिलाफ कार्रवाई होनी चाहिए, उन लोगों को रोकना चाहिए, और खालिस्तान का नामो निशान या खालिस्तान के मांग करने वालों का नामो निशान जो है वो कैनेडियन धरती से हटना चाहिए। इस वीडियो के माध्यम से मैं बताना चाहूंगा कि कुछ लोग मुझसे जुड़े इस हत्याकांड के बाद, और उन लोगों ने मुझे ये इन्फॉर्मेशन दी है कि बहुत बड़े स्केल पर, ग्रासरूट लेवल पर जो कैनेडियन नेटिव्स हैं वो अब इन लोगों के खिलाफ खड़े हो रहे हैं। बहुत अच्छी बात है कि नैन्सी ग्रेवाल के साथ जो हुआ वो आगे किसी और के साथ कैनेडियन धरती पे ना हो। खालिस्तानियों का जो दुकानदारी है इलीगल गतिविधियों की, फ्रीडम ऑफ स्पीच और एक्सप्रेशन के झूठे प्रोपोगेंडा चलाकर, वो वहां बंद होनी चाहिए। ऐसे लोग जो नशा करके, जो खुद नशेड़ी हैं और वो खालिस्तान की बात कर रहे हैं, सिखिज्म की बात कर रहे हैं, कहीं ना कहीं वो लोगों को भटकाकर इस पूरे मामले में इलीगल गतिविधियां चला रहे हैं। इन लोगों को रोकना की जरूरत है, इन लोगों के ऊपर कार्रवाई की जरूरत है, और जरूरत है हमारी बहन नैन्सी ग्रेवाल को न्याय दिलाने की। इस मामले में मैंने भी एक लेटर जो है वो कैनेडियन प्राइम मिनिस्टर को लिखा है,
और उनसे आग्रह किया है कि इस मामले की जांच जो है वो निष्पक्ष रूप से की जाए। ये सुनिश्चित किया जाए कि पुलिस किसी भी तरह से इन्फ्लुएंस ना हो। आशा है ऐसा ही होगा, और यदि नहीं हुआ तो कनाडा में रहने वाले भारतीयों के लिए, हमारी बहन नैन्सी ग्रेवाल के लिए, इन खालिस्तानियों के विरुद्ध जो काम करने की जरूरत है वो हम लंबे समय से कर भी रहे हैं, और न्याय के लिए, हमारी बहन को न्याय दिलाने के लिए इस पूरे मामले में हम लोग नजर रखेंगे, और जो भी कार्रवाई की आवश्यकता होगी वो हम लोग करेंगे। 4 ਸਾਲਾਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਿਊ ਚੰਡੀਗੜ੍ਹ ਵਿੱਚ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਗਿਆ ਹੈ, ਪਰ ਲੋਕਾਂ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਇਹ ਸਿਰਫ ਇੱਕ ਨਵਾਂ ਵਾਅਦਾ ਹੈ ਜਾਂ ਹਕੀਕਤ ਵਿੱਚ ਕੋਈ ਕਦਮ ਚੁੱਕਿਆ ਜਾਵੇਗਾ। ਯਾਦ ਰਹੇ ਕਿ ਪੂਰਵ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਹੀ ਨਿਊ ਚੰਡੀਗੜ੍ਹ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਬਣਾਇਆ ਸੀ। ਇਸ ਦੇ ਨਾਲ ਹੀ ਭਗਵੰਤ ਮਾਨ ਵੱਲੋਂ ਸੰਗਰੂਰ ਵਿੱਚ ਮੈਡੀਕਲ ਕਾਲਜ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਪਰ ਉਹ ਅਜੇ ਤੱਕ ਨੀਂਹ ਦੇ ਪੱਥਰ ਤੋਂ ਅੱਗੇ ਨਹੀਂ ਵਧ ਸਕਿਆ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਰਾਜ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਬਣਾਉਣ ਦਾ ਵਾਅਦਾ ਪੂਰਾ ਨਹੀਂ ਕੀਤਾ। ਇਸ ਕਾਰਨ ਨਵਾਂ ਐਲਾਨ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ। ਰੈਲੀ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ, ਤੁਸੀਂ ਵਿਸ਼ੇਸ਼ ਤੌਰ ਤੇ ਦੇਖੋ, ਤੁਸੀਂ ਆਪ ਦੇਖ ਰਹੇ ਹੋ ਸਾਰਾ ਦੀ ਗਿਣਤੀ ਸੰਗਤ ਆ ਰਹੀ ਹੈ। ਹਰ ਹਲਕੇ 'ਚ ਅਸੀਂ ਜਾ ਰਹੇ ਹਾਂ, ਲੋਕਾਂ ਦੇ ਵਿੱਚ ਗੁੱਸਾ ਦੇਖ ਰਿਹਾ ਸਰਕਾਰ ਦੇ ਖਿਲਾਫ। ਸਰਕਾਰ ਨਾਂ ਦੀ ਚੀਜ਼ ਹੀ ਹੈ ਨਹੀਂ। ਹਿੰਦੁਸਤਾਨ ਦੇ ਇਤਿਹਾਸ 'ਚ ਸਭ ਤੋਂ ਮਾੜਾ ਮੁੱਖ ਮੰਤਰੀ ਭਗਵੰਤ ਹੈ। ਇਹਨੇ ਤਬਾਹ ਕਰਤਾ ਪੰਜਾਬ, ਝਾੜੂ ਵਾਲੇ ਨੇ ਤਬਾਹ ਕਰਤਾ। ਐਕਟੀ ਪੰਜਾਬੀ ਜਿਵੇਂ 92 ਬੰਦਿਆਂ ਨੂੰ ਲੈ ਕੇ ਆਏ ਸੀ ਨਾ, ਉਹ ਤੋਂ ਵੱਧ ਸਪੀਡ ਨਾਲ ਇਹਨੂੰ ਪੰਜਾਬ ਦਾ ਬਾਰਡਰ ਟੱਪਾਉਣਾ। ਭਗਵੰਤ ਮਾਨ ਨੇ ਅੱਜ ਕਿਹਾ ਪੰਜਾਬ ਸਰਕਾਰ ਦੇ ਹੈਲੀਕਾਪਟਰ ਦਾ ਰੰਗ ਜਿਹੜਾ ਲਾਲ ਤੇ ਨੀਲਾ ਹੈ। ਜਦੋਂ ਅਕਾਲੀ ਦਲ ਦੇ ਸੈਨਾਪਤੀ ਵੀ ਇਹੋ ਸੀਗਾ ਤੇ ਹਸਮਤ ਕੌਰ ਬਾਦਲ ਹੋਣਾ ਨੇ ਜੋਤਿਸ਼ ਤੋਂ ਪੁੱਛ ਕੇ ਰੰਗ ਕਰਵਾਇਆ। ਇਹ ਹਸਮਤ ਕੌਰ ਬਾਦਲ ਹੋਣਾ ਨੇ ਜੋਤਿਸ਼ ਤੋਂ ਪੁੱਛ ਕੇ ਰੰਗ ਕਰਵਾਇਆ ਤੇ ਕੀ ਉਹਨਾਂ ਨੂੰ ਉਹੀ ਜੋਤਿਸ਼ ਫਿਰ ਤੋਂ ਮਿਲ ਗਿਆ? ਦੱਖਣ ਵਾਸਤੇ ਐਵੇਂ ਛੋਟੀਆਂ ਗੱਲਾਂ ਕਰਦਾ ਹੈ। ਉਹਨੂੰ ਕਹੇ ਤੂੰ ਮੁੱਖ ਮੰਤਰੀ ਆ ਭਗਵੰਤ ਮਾਨ ਸਾਹਿਬ, ਤੁਸੀਂ ਮੁੱਖ ਮੰਤਰੀ ਹੋ। ਦੂਜਾ ਵੱਡਾ ਸੋਚੋ, ਪੰਜਾਬ ਬਾਰੇ ਦੱਸੋ ਕੀ ਕਰਨਾ ਗਰੀਬ ਵਾਸਤੇ, ਕਿਸਾਨ ਵਾਸਤੇ, ਮਜ਼ਦੂਰ ਵਾਸਤੇ, ਨੌਜਵਾਨ ਵਾਸਤੇ। ਕੋਈ ਨਹੀਂ ਇਹਨਾਂ ਕੋਲੇ। ਦੇਖੋ ਅੱਜ ਮੈਨੂੰ ਦੱਸਿਆ ਕਿ ਨਿਊ ਚੰਡੀਗੜ੍ਹ ਕਹਿੰਦੇ ਕਾਲਜ ਬਣਾਉਣ, ਮੈਡੀਕਲ ਕਾਲਜ। ਬਾਦਲ ਸਾਹਿਬ ਨੇ ਸਭ ਤੋਂ ਵੱਡਾ ਬਣਾ ਹੀ ਦਿੱਤਾ, ਇਹਨੂੰ ਆਈ ਨਹੀਂ ਪਤਾ ਨਿਊ ਚੰਡੀਗੜ੍ਹ ਕਾਲਜ ਬਣਿਆ। ਨਾਲੇ ਇੱਕ ਹੋਰ ਗੱਲ ਹੈ, ਜੇ ਬਣਾਉਣਾ ਪਹਿਲੇ ਸੰਗਰੂਰ ਜਿੱਥੇ ਨੀਂਹ ਪੱਥਰ ਰੱਖੀ ਬੈਠਾ ਹੈ, ਹਲੇ ਤੱਕ ਉਹਦੇ ਨੀਂਹ ਪੱਥਰ ਹੀ ਪਿਆ। ਇਹਨੇ ਕਿਹਾ ਸੀ ਹਰ ਜ਼ਿਲ੍ਹੇ 'ਚ ਬਣਾਉਂਗਾ, ਹਲੇ ਇੱਕ ਨਹੀਂ ਇੱਟ ਵੀ ਨਹੀਂ ਲੱਗੀ ਕਿਤੇ। ਟੀਚਰਾਂ ਦੀ ਏਜ ਵਧਾਤੀ ਹੈ, 45 ਸਾਲ ਕਰ ਦਿੱਤੀ ਹੈ ਜੀ। ਹੁਣ ਕਹਿ ਨੌਕਰੀਆਂ ਤਾਂ ਦੇ ਦੇ, ਭਾਵੇਂ 60 ਕਰਦੇ 70 ਕਰਦੇ, ਪਰ ਨੌਕਰੀ ਤਾਂ ਦੋ। ਨੌਕਰੀ ਦੇਣੀ ਨਹੀਂ, ਸਾਰੇ ਹਰਿਆਣੇ ਤੇ ਬਾਹਰ ਦੇ ਲੋਕਾਂ ਨੂੰ ਨੌਕਰੀ ਮਿਲੀ। ਮੈਂ ਸਿੰਘ ਸੈਣੀ ਕਹਿ ਰਿਹਾ ਕਿ ਪੰਜਾਬ ਨੂੰ ਕੋਈ ਬਚਾ ਸਕਦਾ ਹੈ, ਪਹਿਲੇ ਹਰਿਆਣਾ ਬਚਾ ਲਓ। ਲੋਕਾਂ ਵਿੱਚ ਇਹ ਸਵਾਲ ਉੱਠ ਰਹੇ ਹਨ ਕਿ ਕੀ ਇਹ ਐਲਾਨ ਸਿਰਫ ਰਾਜਨੀਤਿਕ ਚਾਲ ਹੈ ਜਾਂ ਸੱਚਮੁੱਚ ਸਿਹਤ ਖੇਤਰ ਵਿੱਚ ਸੁਧਾਰ ਲਈ ਕੋਈ ਗੰਭੀਰ ਯਤਨ। ਬੀਤੇ ਦਿਨੀ ਰੈਪਰ ਬਾਦਸ਼ਾਹ ਦੇ ਗੀਤ ਨੂੰ ਲੈ ਕੇ ਮਹਿਲਾ ਕਮਿਸ਼ਨ ਵੱਲੋਂ ਕਾਰਵਾਈ ਕੀਤੀ ਗਈ। ਇਸ ਤੋਂ ਬਾਅਦ ਬਾਦਸ਼ਾਹ ਨੇ ਤੁਰੰਤ ਆਪਣਾ ਗਾਣਾ YouTube ਤੋਂ ਹਟਾ ਦਿੱਤਾ। ਲਾਈਵ ਆ ਕੇ ਉਸਨੇ ਹਰਿਆਣਾ ਵਾਸੀਆਂ ਅਤੇ ਦੇਸ਼ ਵਾਸੀਆਂ ਤੋਂ ਖੁੱਲ੍ਹੇ ਦਿਲ ਨਾਲ ਮਾਫੀ ਮੰਗੀ। ਬਾਦਸ਼ਾਹ ਨੇ ਕਿਹਾ ਕਿ ਉਸਦਾ ਮਨੋਰਥ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਅਤੇ ਉਹ ਅੱਗੇ ਤੋਂ ਹੋਰ ਜ਼ਿੰਮੇਵਾਰੀ ਨਾਲ ਕੰਮ ਕਰੇਗਾ। नमस्ते, मैं हूं बादशाह। मेरा नया गाना टिटीरी रिलीज़ हुआ है और मैं देख रहा हूं कि उसके एक हिस्से में मेरे लिरिक्स और उसकी विजुअल रिप्रेजेंटेशन की वजह से जो मैसेज गया है उससे कई लोगों को, खासकर मेरे अपने हरियाणा के लोगों को, उनके सेंटिमेंट्स को ठेस पहुंची है। सबसे पहले मैं ये कहना चाहता हूँ कि मैं खुद हरियाणा से हूँ। जो लोग मुझे जानते हैं वो जानते हैं कि मेरी बोली, मेरे खान पान, मेरे रहन सहन, मेरी पहचान हरियाणा से है। मैं एक बहुत ही प्राउड हरियाणवी हूँ। मेरा कभी भी कोई ऐसा इरादा नहीं था, कोई ऐसा उद्देश्य नहीं था कि मैं हरियाणा के किसी बच्चे, किसी वुमन, किसी महिला के बारे में ऐसी बेहूदी बात करूँ। मैं हिप हॉप जॉनर से हूँ, जहाँ लिरिक्स अक्सर कंपटीशन को नीचा दिखाते हैं, अपने प्रतिद्वंदी को एक तरह से उनके लिए होते हैं। ये किसी भी औरत या बच्चे के लिए कभी नहीं था
और ना मैं कभी ऐसा करूँगा। मैंने हमेशा कोशिश की है कि मैं हरियाणा के कल्चर को और बोली को जहाँ अपने साथ लेकर जा सकता हूँ, जितनी ऊंचाई पर लेकर जा सकता हूँ लेकर जाऊँ। लेकिन अगर उस हिस्से से किसी को भी ठेस पहुंची है तो मैं तहे दिल से आप सबसे क्षमा मांगता हूं। मैं उम्मीद करता हूं कि आप मुझे हरियाणा का बेटा समझकर, अपना बेटा समझकर मुझे माफ करेंगे। ਪੰਜਾਬ ਦੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਪੰਜਾਬ ਦੀਆਂ ਮਹਿਲਾਵਾਂ ਨੂੰ ਦਿਲੋਂ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਮਹਿਲਾਵਾਂ ਸਮਾਜ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਹਨਾਂ ਦੇ ਯੋਗਦਾਨ ਤੋਂ ਬਿਨਾਂ ਵਿਕਾਸ ਸੰਭਵ ਨਹੀਂ। ਸਤਿ ਸ਼੍ਰੀ ਅਕਾਲ ਜੀ, ਮੈਂ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਦੁਨੀਆ ਭਰ ਦੀਆਂ ਮਹਿਲਾਵਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦੀ ਹਾਂ, ਜਿਹੜੀਆਂ ਕਿ ਜ਼ਿੰਦਗੀ ਭਰ ਸੰਘਰਸ਼ ਕਰਦੀਆਂ ਨੇ ਆਪਣੀ ਹੋਂਦ ਨੂੰ ਬਣਾਈ ਰੱਖਣ ਦੇ ਲਈ, ਆਪਣੇ ਆਪ ਨੂੰ ਸਮਾਜ ਦੇ ਵਿੱਚ ਉੱਚਾ ਚੁੱਕਣ ਦੇ ਲਈ। ਪੰਜਾਬ ਦੀ ਅੱਜ ਗੱਲ ਕਰੀਏ ਤਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜ ਵਿਸ਼ੇਸ਼ ਤੌਰ ਤੇ ਬਜਟ ਸੈਸ਼ਨ ਜੋ ਕਿ ਮਹਿਲਾ ਦਿਵਸ ਵਾਲੇ ਦਿਨ ਰੱਖਿਆ ਹੈ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਹੁਣ ਤੱਕ ਜੋ ਪੰਜਾਬ ਵਿੱਚ ਕੰਮ ਕੀਤੇ, ਜਿਹੜੇ ਕਿ ਲਗਾਤਾਰ ਲੋਕਾਂ ਨਾਲ ਵਾਅਦੇ ਵੀ ਕੀਤੇ ਸੀ, ਜਿਨ੍ਹਾਂ ਨੂੰ ਅਸੀਂ ਗਰੰਟੀਆਂ ਵੀ ਕਹਿ ਸਕਦੇ ਹਾਂ, ਉਹ ਲਗਾਤਾਰ ਇੱਕ ਇੱਕ ਕਰਕੇ ਪੂਰੇ ਕੀਤੇ ਔਰ ਇਸ ਤੋਂ ਬਿਨਾਂ ਵੀ ਜਿਹੜੇ ਵਾਅਦੇ ਨਹੀਂ ਕੀਤੇ ਗਏ ਔਰ ਇਹੋ ਜਿਹੇ ਕੰਮ ਜੋ ਕਿ ਪਿਛਲੇ ਕਈ ਸਾਲਾਂ ਤੋਂ ਕਈ ਸਰਕਾਰਾਂ ਨਹੀਂ ਕਰ ਸਕੀਆਂ ਸੀ ਔਰ ਲੋਕਾਂ ਦੀ ਲੋੜ ਸੀ, ਇਹੋ ਜਿਹੇ ਕੰਮ ਵੀ ਮਾਨ ਸਰਕਾਰ ਨੇ ਕੀਤੇ ਆ। ਔਰ ਅੱਜ ਮਹਿਲਾ ਦਿਵਸ ਦੇ ਉੱਪਰ ਜੋ ਇਹ ਬਜਟ ਸੈਸ਼ਨ ਰੱਖਿਆ ਗਿਆ ਹੈ, ਪੂਰੀ ਉਮੀਦ ਹੈ ਔਰ ਮੈਂ ਸਮੂਹ ਮਹਿਲਾਵਾਂ ਵੱਲੋਂ ਇਹ ਗੱਲ ਰੱਖਦੀ ਹਾਂ ਕਿ ਅੱਜ ਬਜਟ ਸੈਸ਼ਨ ਦੇ ਵਿੱਚ ਮਹਿਲਾਵਾਂ ਦੀ ਗੱਲ ਜ਼ਰੂਰ ਹੋਵੇਗੀ ਔਰ ਜੋ 1000 ਰੁਪਏ ਦਾ ਵਾਅਦਾ ਕੀਤਾ ਗਿਆ ਸੀ ਮਹਿਲਾਵਾਂ ਨੂੰ ਦੇਣ ਦਾ, ਉਹ ਵੀ ਅੱਜ ਜ਼ਰੂਰ ਪੂਰਾ ਕੀਤਾ ਜਾਵੇਗਾ। ਸੋ ਮੈਂ ਅੱਜ ਪੰਜਾਬ ਦੀਆਂ ਮਹਿਲਾਵਾਂ ਨੂੰ ਵਿਸ਼ੇਸ਼ ਤੌਰ ਤੇ ਇਸ ਗੱਲ ਦੀ ਵਧਾਈ ਦਿੰਦੀ ਹਾਂ। ਸੋ ਇਹ ਸੀ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ। ਦੁਬਾਰਾ ਮਿਲਾਂਗੇ ਸ਼ਾਮ ਦੇ ਸਾਡੇ ਖਾਸ ਪ੍ਰੋਗਰਾਮ ਦੇ ਨਾਲ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।